ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਉੱਤੇ ਉਡਾਣਾਂ ਦੇ ਉੱਤੇ ਲਾਈ ਗਈ ਪਾਬੰਦੀ ਜਿਹੜੀ ਹੈ ਉਹਦੀ ਮਿਆਦ 1 ਮਹੀਨਾ ਹੋਰ ਵਧਾ ਦਿੱਤੀ ਗਈ ਹੈ। BC ਦੇ ਵਿੱਚ ਮੰਗਲਵਾਰ ਤੋਂ ਕੁਝ ਖੁੱਲ੍ਹਾ ਮਿਲਣ ਦੀ ਗੱਲ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਸਰੀ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ਤੋਂ ਕਰੋਨਾ ਦੀ ਕੀ ਰਿਪੋਰਟ ਆ ਰਹੀ ਹੈ, ਜੱਜ ਕੀ ਕਹਿੰਦੇ ਆ, ਸੌਦਾ ਸਾਧ ਨੂੰ ਜਿਹੜੀ ਦੂਜੀ ਵਾਰ ਪੈਰੋਲ ਮਿਲੀ ਉਸ ਤੋਂ ਬਾਅਦ ਲੋਕਾਂ ਦਾ ਕੀ ਰਿਐਕਸ਼ਨ ਆ ਰਿਹਾ। ਦੀਪ ਸਿੱਧੂ ਵੱਲੋਂ ਪੰਜਾਬ ਦੇ 4-5 ਪਿੰਡਾਂ ਦੇ ਵਿੱਚ ਲੋਕਾਂ ਨੂੰ ਸੰਬੋਧਨ ਹੋ ਕੇ ਜਿਹੜੀ ਗੱਲਬਾਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਦੇ ਉੱਤੇ ਇੱਕ ਨਵਾਂ ਕੇਸ ਪਾ ਦਿੱਤਾ ਗਿਆ ਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਕੀ ਕਿਹਾ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਅੱਜ 21 ਮਈ ਆ, ਬੜਾ ਵਿਲੱਖਣ ਦਿਨ ਆ। 21ਵੀਂ ਸਦੀ ਦਾ 21ਵਾਂ ਸਾਲ ਤੇ ਉਸ ਸਾਲ ਦਾ 21ਵਾਂ ਹਫ਼ਤਾ ਤੇ ਉਹਦੀ 21 ਤਰੀਕ ਦੇਖੋ ਕਿਵੇਂ ਜਿਹੜੀ ਸਿਮਟਰੀ ਮਿਲੀ ਆ। ਸੋ ਗੱਲ ਕਰਾਂਗੇ ਕੈਨੇਡਾ ਦੇ ਜਿਹੜੇ ਆ ਨਵੇਂ ਐਲਾਨ ਦੀ, ਜਿਹੜੇ ਕਿ ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਨੇ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਤੋਂ ਜਿਹੜੀਆਂ ਫਲਾਈਟਸ ਆਉਂਦੀਆਂ ਉਹਨਾਂ ਦੇ ਉੱਤੇ ਜਿਹੜੀ ਪਾਬੰਦੀ ਹੈਗੀ ਆ ਉਹ 30 ਦਿਨ ਲਈ ਹੋਰ ਵਧਾ ਦਿੱਤੀ ਗਈ ਆ। ਪਹਿਲੀ ਵਾਰ ਇਹ ਪਾਬੰਦੀ ਜਿਹੜੀ ਆ 22 ਅਪ੍ਰੈਲ ਨੂੰ 30 ਦਿਨ ਦੇ ਵਾਸਤੇ ਲਾਈ ਗਈ ਸੀਗੀ। ਕਾਰਨ ਇਹੀ ਕਿ ਕਰੋਨਾ ਦੇ ਜਿਹੜੇ ਨਵੇਂ ਵੇਰੀਐਂਟ ਕਿਸੇ ਤੌਰ ਦੇ ਉੱਤੇ ਜਿਹੜੇ ਕੈਨੇਡਾ ਦੇ ਵਿੱਚ ਦਾਖਲ ਨਾ ਹੋ ਜਾਣ, ਉਸ ਤੋਂ ਬਚਾਅ ਦੇ ਵਾਸਤੇ ਪਾਬੰਦੀਆਂ ਲਾਈਆਂ ਗਈਆਂ ਸੀਗੀਆਂ। ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੱਲੇ ਵੀ ਕਰੋਨਾ ਦੇ ਕੇਸ ਕਾਫੀ ਨਿਕਲ ਰਹੇ ਆ, ਖਾਸ ਕਰਕੇ ਭਾਰਤ ਤੋਂ ਜਿੱਥੋਂ ਕਿ ਜ਼ਿਆਦਾ ਲੋਕ ਆਉਂਦੇ ਆ ਉੱਥੇ ਨਵੇਂ ਤੋਂ ਨਵੇਂ ਵੇਰੀਐਂਟ ਜਿਹੜੇ ਨਿਕਲ ਰਹੇ ਆ। ਹੱਲੇ ਵੀ ਭਾਰਤ ਸਰਕਾਰ ਜਿਹੜੀ ਆ ਉਹ ਕਰੋਨਾ ਨੂੰ ਕੰਟਰੋਲ ਕਰਨ ਦੇ ਵਿੱਚ ਨਾਕਾਮ ਸਿੱਧ ਹੋਈ ਆ। ਇਸ ਕਰਕੇ ਕੈਨੇਡਾ ਵੱਲੋਂ ਇਹ 30 ਦਿਨ ਦੇ ਵਾਸਤੇ ਪਾਬੰਦੀਆਂ ਜਿਹੜੀਆਂ ਹੋਰ ਵਧਾ ਦਿੱਤੀਆਂ ਗਈਆਂ। ਸੋ ਹੁੰਦਾ ਕੀ ਆ ਕਿ ਜਦੋਂ ਇਹ ਪਾਬੰਦੀਆਂ ਲਾਈਆਂ ਗਈਆਂ ਸੀਗੀਆਂ ਤਾਂ ਜਿਹੜੀਆਂ ਸਾਰੀਆਂ ਸਿੱਧੀਆਂ ਉਡਾਣਾਂ ਸੀਗੀਆਂ ਏਅਰ ਇੰਡੀਆ ਦੀਆਂ ਜਾਂ ਏਅਰ ਕੈਨੇਡਾ ਦੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ। ਕੁਝ ਲੋਕ ਜਿਹੜੇ ਹੈਗੇ ਉਹ ਘੁੰਮਾ ਕੇ ਪਹੁੰਚਣ ਵਿੱਚ ਸਫਲ ਹੋਏ ਆ, ਬਹੁਤ ਖੱਜਲ ਖੁਆਰ ਹੋ ਕੇ ਵੀ ਕਈ ਤਾਂ ਪਹੁੰਚੇ ਆ। ਪਰ ਹੁਣ ਜਿਹੜੀ ਇਹ ਗੱਲ ਕਿ ਬਹੁਤੀਆਂ ਜਿਹੜੀਆਂ ਕਨੈਕਟਡ ਫਲਾਈਟਸ ਆ ਉਹ ਵੀ ਨਹੀਂ ਆ ਰਹੀਆਂ, ਪਰ ਫਿਰ ਵੀ ਇਹ ਹੈਗਾ ਕਿ ਤੁਸੀਂ ਮਹੀਨਾ ਸਵਾ ਮਹੀਨਾ ਲਾ ਕੇ ਜਿਹੜਾ ਆ ਫਿਰ ਕਿਸੇ ਨਾ ਕਿਸੇ ਤਰੀਕੇ ਜਿਹੜਾ ਕੈਨੇਡਾ ਪਹੁੰਚ ਸਕਦੇ ਆ ਜੇ ਤੁਹਾਨੂੰ ਇੱਥੇ ਆਉਣ ਦੀ ਇਜਾਜ਼ਤ ਹੈਗੀ ਆ। ਮਤਲਬ ਕਿ ਤੁਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਸਿਟੀਜ਼ਨ ਆ ਜਾਂ ਤੁਹਾਡੇ ਕੋਲ ਇੱਥੇ ਆਉਣ ਦੀ ਜਿਹੜੀ ਸਹੀ ਆਗਿਆ ਤੁਹਾਡੇ ਕੋਲ ਮੌਜੂਦ ਹੈਗੀ ਆ। ਸੋ ਕੈਨੇਡਾ ਸਰਕਾਰ ਡਿਸਕਰੇਜ ਕਰ ਰਹੀ ਹੈ ਕਿ ਤੁਸੀਂ ਇੱਥੇ ਆਵੋ, ਪਰ ਫਿਰ ਵੀ ਜੇ ਕਿਸੇ ਨੇ ਜ਼ਰੂਰੀ ਆਉਣਾ ਆ ਤਾਂ ਉਹਦੇ ਵਾਸਤੇ ਇਹ ਹੈ ਕਿ ਜੇ ਕੋਈ ਕਨੈਕਟਡ ਫਲਾਈਟ ਮਿਲਦੀ ਹੈ, ਕਿਉਂਕਿ ਕਨੈਕਟਡ ਫਲਾਈਟਾਂ ਜਿਹੜੀਆਂ ਆ ਬਹੁਤ ਘੱਟ ਮਿਲ ਰਹੀਆਂ, ਪਰ ਜੇ ਕੋਈ ਕਨੈਕਟਡ ਫਲਾਈਟ ਮਿਲ ਰਹੀ ਆ ਤਾਂ ਜਿਸ ਮੁਲਕ ਦੇ ਵਿੱਚ ਤੁਸੀਂ ਜਾਓਗੇ ਉੱਥੇ ਦਾ ਜੋ ਕਾਨੂੰਨ ਹੈਗਾ ਆ ਉਹਦੇ ਮੁਤਾਬਕ ਤੁਹਾਨੂੰ ਉੱਥੇ ਤਾਂ ਰਹਿਣਾ ਪੈਣਾ। ਮੰਨ ਲਓ ਵੀ ਜਿਸ ਮੁਲਕ ਵਿੱਚ ਤੁਸੀਂ ਜਾ ਕੇ ਰਹਿੰਦੇ ਆ, ਜੇਕਰ ਉੱਥੇ ਕਾਨੂੰਨ ਇਹ ਬਣਿਆ ਹੋਇਆ ਕਿ ਤੁਸੀਂ 14 ਦਿਨ ਕੁਆਰੰਟੀਨ ਕਰਨਾ ਹੈ ਜਿਹੜਾ ਬੰਦਾ ਭਾਰਤ ਤੋਂ ਆਉਂਦਾ, ਸੋ ਤੁਹਾਨੂੰ 14 ਦਿਨ ਉੱਥੇ ਕੁਆਰੰਟੀਨ ਕਰਨਾ ਪਊਗਾ। ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਉੱਥੇ ਕੋਵਿਡ ਦਾ ਟੈਸਟ ਕਰਾਉਣਾ ਪਊਗਾ। ਜੇਕਰ ਉਹ ਟੈਸਟ ਨੈਗੇਟਿਵ ਆਉਂਦਾ ਆ ਫਿਰ ਤੁਸੀਂ ਕੈਨੇਡਾ ਨੂੰ ਆਉਣ ਵਾਲੀ ਜਿਹੜੀ ਅਗਲੀ ਫਲਾਈਟ ਆ ਉਹ ਫੜ ਸਕਦੇ ਆ। ਇੱਥੇ ਪਹੁੰਚਣ ਤੋਂ ਬਾਅਦ ਤੁਹਾਨੂੰ ਫਿਰ ਹੋਟਲ 'ਚ ਰਹਿਣਾ ਪੈਣਾ ਤੇ ਨਾਲ 14 ਦਿਨ ਜਿਹੜਾ ਆ ਕੁਆਰੰਟੀਨ ਕਰਨਾ ਪੈਣਾ ਆ। ਉਸ ਤੋਂ ਬਾਅਦ ਤੁਸੀਂ ਆਪਣੇ ਘਰ ਜਿਹੜਾ ਆ ਉਹ ਜਾ ਸਕਦੇ ਆ। ਸੋ ਜੇਕਰ ਕੋਈ ਚਾਹੁੰਦਾ ਇਸ ਤਰ੍ਹਾਂ ਕਿ ਕੋਈ ਫਲਾਈਟ ਪਹਿਲੀ ਗੱਲ ਤਾਂ ਮਿਲਦੀ ਹੈ ਇਸ ਤਰ੍ਹਾਂ ਦੀ, ਉਸ ਤੋਂ ਬਾਅਦ ਕੋਈ ਚਾਹੁੰਦਾ ਇਸ ਤਰ੍ਹਾਂ ਉਹ ਆ ਸਕਦਾ ਆ। ਮਤਲਬ ਬਹੁਤ ਥੋੜ੍ਹੇ ਲੋਕ ਇਸ ਤਰ੍ਹਾਂ ਪਹੁੰਚ ਸਕਣਗੇ, ਪਰ ਬਾਕੀਆਂ ਦੇ ਆਉਣ ਵਾਸਤੇ ਜਿਹੜਾ ਪੂਰੀ ਤਰ੍ਹਾਂ ਦੇ ਉੱਤੇ ਹਾਲ ਦੀ ਘੜੀ ਕੈਨੇਡਾ ਬੰਦ ਆ। ਸਾਡੇ ਪ੍ਰੋਗਰਾਮ ਥੱਲੇ ਤੋਂ ਕਮੈਂਟ ਕਰਦੇ ਆ ਲੋਕੀ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਸਪੈਸ਼ਲੀ ਸਟੂਡੈਂਟ ਵੀਜ਼ੇ ਦੇ ਉੱਤੇ ਆਉਣਾ ਚਾਹੁੰਦੇ ਆ, ਵਰਕ ਪਰਮਿਟ ਦੇ ਉੱਤੇ ਆਉਣਾ ਚਾਹੁੰਦੇ ਆ, ਬੜੇ ਕਾਹਲੇ ਪੈ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਪਹੁੰਚ ਗਏ। ਕੈਨੇਡਾ ਵੀ ਉਨਾ ਹੀ ਕਾਹਲਾ ਆ ਕਿ ਤੁਸੀਂ ਇੱਥੇ ਆਵੋ, ਕਿਉਂਕਿ ਇੱਥੇ ਬਹੁਤ ਜਿਹੜੀ ਆ ਤੁਹਾਡੀ ਲੋੜ ਆ ਸਾਰਿਆਂ ਦੀ। ਪਰ ਗੱਲ ਇਹ ਹੈ ਕਿ ਕਰੋਨਾ ਦਾ ਡਰ ਹੀ ਇਹੋ ਜਿਹਾ ਆ ਕਿ ਕੋਈ ਵੀ ਮੁਲਕ ਰਿਸਕ ਨਹੀਂ ਲੈਣਾ ਚਾਹੁੰਦਾ। ਇਸ ਵੇਲੇ ਵੈਕਸੀਨੇਸ਼ਨ ਚੱਲ ਰਹੀ ਹੈ, ਪਹਿਲਾ ਜਿਹੜਾ ਟੀਕਾਕਰਨ ਹੈ ਉਹ ਲਗਭਗ ਸਿਰੇ ਚੜ੍ਹਨ ਵਾਲਾ ਹੀ ਆ, ਦੂਜੇ ਦੀ ਫਿਰ ਸ਼ੁਰੂਆਤ ਹੋਣੀ ਆ। ਅਜਿਹੇ ਸਮੇਂ ਜਿਹੜੇ ਕਿ ਭਾਰਤ ਦੇ ਵਿੱਚ ਤਰ੍ਹਾਂ ਦੇ ਵੇਰੀਐਂਟ ਆ ਰਹੇ ਆ, ਬਲੈਕ ਫੰਗਸ, ਵਾਈਟ ਫੰਗਸ ਵਰਗੀਆਂ ਬਿਮਾਰੀਆਂ ਫੈਲ ਰਹੀਆਂ। ਕੈਨੇਡਾ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਉੱਥੋਂ ਕੋਈ ਬਿਮਾਰੀ ਜਿਹੜੀ ਇੱਥੇ ਆਵੇ। ਇਹੀ ਕਾਰਨ ਹੈ ਕਿ ਚਾਹੁੰਦਿਆਂ ਹੋਇਆਂ ਵੀ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਸੱਦਣਾ ਚਾਹੁੰਦਾ ਕੈਨੇਡਾ, ਉਹ ਖੁੱਲ੍ਹ ਜਿਹੜੀ ਆ ਨਹੀਂ ਮਿਲ ਰਹੀ, ਸਿਰਫ ਤੇ ਸਿਰਫ ਕਰੋਨਾ ਕਰਕੇ। ਸੋ ਇਸ ਕਰਕੇ ਜਿੰਨਾ ਚਿਰ ਕਰੋਨਾ ਜਿਹੜਾ ਆ ਭਾਰਤ ਦੇ ਵਿੱਚ ਕੰਟਰੋਲ ਨਹੀਂ ਹੋ ਜਾਂਦਾ ਉਨਾ ਚਿਰ ਜਾਪਦਾ ਨਹੀਂ ਕਿ ਜਿਹੜੀ ਕੈਨੇਡਾ ਸਰਕਾਰ ਆ ਉਹ ਭਾਰਤ ਤੋਂ ਫਲਾਈਟਸ ਆਉਣ ਦੀ ਜਿਹੜੀ ਆਗਿਆ ਇੱਥੇ ਦੇਵੇਗੀ। ਇਸ ਦੇ ਨਾਲ ਹੀ BC ਦੀ ਗੱਲ ਕਰੀਏ ਤਾਂ BC ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੀ ਸਰਕਾਰ ਹੈਗੀ ਆ ਉਹਨਾਂ ਨੇ ਇੱਕ ਸਰਕਟ ਬ੍ਰੇਕਰ ਲਾਇਆ ਸੀ। ਇੱਕਦਮ ਪਾਬੰਦੀਆਂ ਲਾ ਦਿੱਤੀਆਂ ਗਈਆਂ ਸੀਗੀਆਂ, ਰੈਸਟੋਰੈਂਟ ਬੰਦ ਕਰ ਦਿੱਤੇ ਗਏ ਸੀਗੇ, ਬਾਹਰ ਆਉਣ ਜਾਣ ਦੇ ਉੱਤੇ ਇੰਟੀਰੀਅਰ ਦੇ ਵਿੱਚ ਵੀ ਪਾਬੰਦੀ ਲਾ ਦਿੱਤੀ ਗਈ ਸੀਗੀ। ਹੁਣ ਪ੍ਰੀਮੀਅਰ ਜੌਨ ਹੌਰੀਗਨ ਨੇ ਇਸ਼ਾਰਾ ਦਿੱਤਾ ਆ ਕਿ ਮੰਗਲਵਾਰ ਤੋਂ, ਕਿਉਂਕਿ ਆਹ ਜਿਹੜਾ ਹੁਣ ਵੀਕਐਂਡ ਹੈਗਾ ਇਹ ਲੌਂਗ ਵੀਕਐਂਡ ਆ ਰਿਹਾ, ਵਿਕਟੋਰੀਆ ਡੇ ਦੇ ਕਾਰਨ ਛੁੱਟੀ ਆ, ਇਸ ਵੀਕਐਂਡ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾਗੂ ਰਹਿਣਗੀਆਂ। ਪਰ ਮੰਗਲਵਾਰ ਤੋਂ ਖੁੱਲ੍ਹਾ ਮਿਲਣ ਦੀ ਜਿਹੜੀ ਆਸ ਆ ਉਹ ਪ੍ਰਗਟਾਈ ਗਈ ਆ। BC ਦੇ ਜਿਹੜੇ ਰੈਸਟੋਰੈਂਟ ਅਤੇ ਫੂਡ ਸਰਵਿਸਿਜ਼ ਦੀ ਐਸੋਸੀਏਸ਼ਨ ਆ
ਉਹਨਾਂ ਦੇ ਨਾਲ ਜੋ ਗੱਲਬਾਤ ਹੋਈ ਆ ਮੁੱਖ ਮੰਤਰੀ ਹੁਣਾਂ ਦੀ, ਸਿਹਤ ਅਧਿਕਾਰੀ ਹੁਣਾਂ ਦੀ, ਉਹ ਤੋਂ ਬੜੇ ਆਸਵੰਦ ਆ ਕਿ ਮੰਗਲਵਾਰ ਤੋਂ ਖੁੱਲ੍ਹਾਂ ਮਿਲ ਜਾਣੀਆਂ। ਇੱਕ ਵਾਰ ਫਿਰ ਜਿਹੜੇ ਆ BC ਦੇ ਰੈਸਟੋਰੈਂਟ ਉਹ ਖੁੱਲ੍ਹ ਜਾਣਗੇ, ਅੰਦਰ ਬਹਿ ਕੇ ਲੋਕ ਜਿਹੜੇ ਆ ਉਹ ਖਾਣਾ, ਡਿਨਰ ਵਗੈਰਾ, ਲੰਚ ਵਗੈਰਾ ਕਰ ਸਕਣਗੇ। ਹੁਣ ਕੀ ਆ ਕਿ ਸਿਰਫ ਟੇਕ ਆਊਟ ਜਿਹੜਾ ਰੈਸਟੋਰੈਂਟਸ ਤੋਂ ਖਾਣਾ ਲਿਜਾਇਆ ਜਾ ਸਕਦਾ ਆ, ਜਾਂ ਜਿਹੜੇ ਰੈਸਟੋਰੈਂਟ ਵੱਡੇ ਨੇ ਉਹਨਾਂ ਨੇ ਬਾਹਰ ਪੈਟੀਓ ਬਣਾ ਲਏ ਆ, ਆਪਣਾ ਜਿਹੜਾ ਆ ਮੇਜ਼ ਕੁਰਸੀਆਂ ਬਾਹਰ ਰੱਖ ਲਏ, ਉੱਤੇ ਗਿਣਤੀ ਦੇ ਬੰਦੇ ਬਾਹਰ ਬਹਿ ਕੇ ਜਿਹੜਾ ਛਕ ਸਕਦੇ ਆ। ਪੂਰੀ ਸਰਵਿਸ ਤਾਂ ਨਹੀਂ ਮਿਲ ਰਹੀ, ਪਰ ਜੇ ਹੁਣ ਮੰਗਲਵਾਰ ਤੋਂ ਖੁੱਲ੍ਹਾ ਮਿਲ ਜਾਂਦੀਆਂ ਤਾਂ ਇਸ ਦੇ ਨਾਲ ਦੁਬਾਰਾ ਰੈਸਟੋਰੈਂਟ ਖੁੱਲ੍ਹ ਸਕਦੇ ਆ। ਛੋਟੇ ਲੋਕਾਂ ਦਾ ਇਕੱਠ ਜਿਹੜਾ ਆ ਹੋਰ ਉਹਨੂੰ ਥੋੜ੍ਹੀ ਬਹੁਤੀ ਖੁੱਲ੍ਹ ਮਿਲ ਸਕਦੀ ਆ। ਇੱਕ ਦੂਏ ਸ਼ਹਿਰ ਵਿੱਚ ਜਾਣ ਦੀ ਜਿਹੜੀ ਪਾਬੰਦੀ ਲੱਗੀ ਹੋਈ ਆ ਉਹਦੇ ਵਿੱਚ ਸ਼ਾਇਦ ਕੁਛ ਢਿੱਲ ਮਿਲ ਸਕਦੀ ਆ। ਇਸੇ ਦੌਰਾਨ BC ਦੀ RCMP ਨੇ ਵੀ ਇੱਕ ਸੰਦੇਸ਼ ਦਿੱਤਾ ਆ ਕਿ ਇਸ ਲੌਂਗ ਵੀਕਐਂਡ ਦੇ ਉੱਤੇ ਜੇ ਕੋਈ ਅਲਬਰਟਾ ਤੋਂ BC ਆਉਣਾ ਚਾਹੁੰਦਾ ਆ ਉਹਦੇ ਉੱਤੇ ਕੋਈ ਰੋਕ ਜਿਹੜੀ ਆ ਨਹੀਂ ਹੋਊਗੀ। ਉਹ ਕਹਿੰਦੇ ਅਸੀਂ ਉਹਨੂੰ ਰੋਕਾਂਗੇ ਨਹੀਂ, ਉਹ ਆ ਸਕਦੇ ਆ। ਸੋ ਇਹ ਵੀ ਗੱਲ ਜਿਹੜੀ BC ਨਿਵਾਸੀ ਕਹਿੰਦੇ ਵੀ ਅਲਬਰਟਾ ਵਾਲੇ ਸਾਡੇ ਆ ਸਕਦੇ ਆ, ਜਿੱਥੇ ਕਿ ਕਰੋਨਾ ਦੀ ਬਿਮਾਰੀ BC ਨਾਲੋਂ ਵੱਧ ਆ, ਪਰ BC ਵਾਲੇ BC ਦੇ ਕਿਸੇ ਹੋਰ ਰੀਜਨ ਦੇ ਵਿੱਚ ਨਹੀਂ ਜਾ ਸਕਦੇ, ਕਿਉਂਕਿ ਇਸ ਵੇਲੇ BC ਜਿਹੜੀ 3 ਰੀਜਨ ਵਿੱਚ ਵੰਡੀ ਹੋਈ ਆ। ਇੱਕ ਆਈਲੈਂਡ ਆ, ਇੱਕ ਗ੍ਰੇਟਰ ਵੈਨਕੂਵਰ ਏਰੀਆ ਹੈ, ਤੇ ਤੀਜਾ ਇੰਟੀਰੀਅਰ ਹੈਗਾ। ਉਹ ਕਹਿੰਦੇ ਕਮਾਲ ਦੀ ਗੱਲ ਹੈ ਕਿ ਦੂਜੇ ਸੂਬੇ ਵਿੱਚੋਂ ਆਉਣ ਨੂੰ ਕਿਹਾ ਜਾ ਰਿਹਾ ਕਿ RCMP ਟਿਕਟਾਂ ਨਹੀਂ ਦੇਊਗੀ ਜਾਂ ਰੋਕੂਗੀ ਨਹੀਂ, ਪਰ ਜਿਹੜੇ ਲੋਕ ਇੱਕ ਰੀਜਨ ਛੱਡ ਕੇ BC ਸੂਬੇ ਵਿੱਚ ਦੂਜੇ ਰੀਜਨ 'ਚ ਜਾਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਨਾਕੇ ਲੱਗੇ ਹੋਏ ਆ। ਟਿਕਟਾਂ ਦਾ ਡਰਾਵਾ ਵੀ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ। ਸੋ ਬੜੀ ਉਮੀਦ ਹੈ ਕਿ ਮੰਗਲਵਾਰ ਤੋਂ ਜਿਹੜਾ ਆ ਇਹ ਖੁੱਲ੍ਹਾਂ ਥੋੜ੍ਹੀਆਂ ਬਹੁਤੀਆਂ ਮਿਲ ਜਾਣਗੀਆਂ, ਲੋਕਾਂ ਨੂੰ ਰਾਹਤ ਜਿਹੜੀ ਆ ਮਹਿਸੂਸ ਹੋਊਗੀ। ਸਰੀ ਜਿਹੜੀ ਕਿ ਕਹਿ ਲਓ ਵੀ ਕਤਲਾਂ ਦੀ ਰਾਜਧਾਨੀ ਬਣ ਚੁੱਕੀ ਆ, ਕੋਈ ਦਿਨ ਸੁੱਕਾ ਲੰਘਦਾ। ਸਰੀ RCMP ਨੂੰ ਸਵੇਰੇ ਅੱਜ ਸਰੀ ਦੇ ਕਲੋਵਰਡੇਲ ਇਲਾਕੇ ਦੇ ਵਿੱਚੋਂ ਕਾਲ ਆਈ। ਜਦੋਂ ਉੱਥੇ ਪਹੁੰਚੇ ਆ ਸਵੇਰੇ ਤੜਕੇ 4 ਵਜੇ, ਤਾਂ ਇੱਕ ਡਿੱਚ ਜਿਹੜੀ ਕਿ ਖਾਈ ਸੜਕ ਦੇ ਨਾਲ ਸੀਗੀ, ਉਹਦੇ ਵਿੱਚੋਂ ਇੱਕ ਜਲਦੀ ਲਾਸ਼ ਜਿਹੜੀ ਆ ਬਰਾਮਦ ਹੋਈ ਆ। ਉਸ ਤੋਂ ਬਾਅਦ ਘੰਟਾ ਕੁ ਬਾਅਦ ਪੁਲਿਸ ਨੇ 5 ਵਜੇ ਤੜਕੇ ਸਰੀ ਦੇ ਨਿਊਟਨ ਇਲਾਕੇ ਦੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਆ। ਪੁਲਿਸ ਦਾ ਕਹਿਣਾ ਆ ਕਿ ਅਸੀਂ ਵਿਕਟਮ ਨੂੰ ਪਛਾਣਦੇ ਹਾਂ, ਜਿਹੜਾ ਕਥਿਤ ਦੋਸ਼ੀ ਆ ਉਹਨੂੰ ਵੀ ਫੜ ਲਿਆ ਗਿਆ ਆ, ਪਰ ਹਜੇ ਨਾਂ ਜਿਹੜੇ ਆ ਰਿਲੀਜ਼ ਨਹੀਂ ਕੀਤੇ ਗਏ। ਪਰ ਇੰਨੀ ਗੱਲ ਜ਼ਰੂਰ ਦੱਸੀ ਗਈ ਆ ਕਿ ਇਸ ਵਾਰਦਾਤ ਦਾ ਗੈਂਗ ਹਿੰਸਾ ਦੇ ਨਾਲ ਜਿਹੜਾ ਆ ਕੋਈ ਵੀ ਸਬੰਧ ਨਹੀਂ ਹੈਗਾ। ਗੱਲ ਕਰ ਰਹੇ ਸੀਗੇ ਆਪਾਂ ਭਾਰਤ ਦੇ ਕਰੋਨਾ ਕਰਕੇ ਫਲਾਈਟਸ ਜਿਹੜੀਆਂ ਕੈਨੇਡਾ ਦੇ ਵਿੱਚ ਬੰਦ ਹੋਈਆਂ। ਭਾਰਤ ਦੇ ਵਿੱਚ ਹਾਲਾਤ ਜਿਹੜੇ ਹੱਲੇ ਵੀ ਬੜੇ ਗੰਭੀਰ ਬਣੇ ਹੋਏ ਆ। ਦਿੱਲੀ ਹਾਈ ਕੋਰਟ ਦੇ ਜੱਜ ਜਿਹੜੇ ਆ ਉਹਨਾਂ ਨੇ ਬੈਂਚ ਨੇ ਬਕਾਇਦਾ ਇਹ ਗੱਲ ਆਖੀ ਆ ਕਿ ਭਾਰਤ ਦੇ ਵਿੱਚ ਸ਼ਹਿਰੀ ਇਸ ਵੇਲੇ ਉਸੇ ਤਰ੍ਹਾਂ ਸਾਹ ਦੀ ਘੁੱਟਣ ਮਹਿਸੂਸ ਕਰ ਰਹੇ ਆ, ਜਿਵੇਂ ਕਿ ਅਮਰੀਕਾ ਦੇ ਵਿੱਚ ਜਾਰਜ ਫਲਾਇਡ ਨਾਂ ਦੇ ਕਾਲੇ ਵਿਅਕਤੀ ਨੇ ਕਿਹਾ ਸੀਗਾ ਕਿ ਆਈ ਕੈਂਟ ਬਰੀਥ, ਜਦੋਂ ਪੁਲਿਸ ਨੇ ਉਹਦੀ ਧੌਣ ਦੇ ਉੱਤੇ ਗੋਡਾ ਰੱਖਿਆ ਹੋਇਆ ਸੀਗਾ। ਸੋ ਬੜੀ ਹੀ ਇੱਕ ਦਿਲਚਸਪ ਟਿੱਪਣੀ, ਗੰਭੀਰ ਟਿੱਪਣੀ ਅਦਾਲਤ ਨੇ ਜਿਹੜੀ ਆ ਇਸ ਵੇਲੇ ਭਾਰਤ ਦੀ ਦਸ਼ਾ ਦੇ ਉੱਤੇ ਕੀਤੀ ਆ। ਗੱਲ ਵੀ ਸਹੀ ਹੈ ਕਿ ਉੱਥੇ ਨਾ ਆਕਸੀਜਨ ਮਿਲ ਰਹੀ ਆ, ਨਾ ਜਿਹੜੇ ਹੋਰ ਪ੍ਰਬੰਧ ਕੋਈ ਉਹ ਬਹੁਤ ਵਧੀਆ ਹੈਗੇ ਆ, ਜਿਸ ਕਰਕੇ ਲੋਕਾਂ ਦੀ ਹਾਲਤ ਜਿਹੜੀ ਆਮ ਲੋਕਾਂ ਦੀ, ਪਬਲਿਕ ਦੀ ਇਹੀ ਹੋਈ ਹੈ ਕਿ ਉਹਨਾਂ ਨੂੰ ਸਾਹ ਨਹੀਂ ਆ ਰਿਹਾ। ਸਰਕਾਰ ਜੀ ਦੇ ਉੱਤੇ ਕਿ ਆਸਾਂ ਹੁੰਦੀਆਂ ਬਹੁਤ ਵੱਡੀਆਂ ਕਿ ਜਦੋਂ ਕੋਈ ਬਿਪਤਾ ਪਊਗੀ, ਮਹਾਮਾਰੀ ਪਊਗੀ, ਇਹਨਾਂ ਨੇ ਸਾਡੀ ਬਾਂਹ ਫੜਨੀ ਆ। ਸਰਕਾਰ ਜਿਹੜੀ ਆ ਉਹ ਘੂਕ ਸੁੱਤੀ ਪਈ ਆ, ਬਲਕਿ ਬੇਸ਼ਰਮੀ ਦੇ ਨਾਲ ਜਿਹੜੀ ਤਿੰਨ ਕੱਟੀ ਕੀਤੀ ਜਾ ਰਹੀ ਆ। ਨਿੱਕੀ ਗੱਲ ਦੇ ਉੱਤੇ ਬਿਆਨ ਦੇਣ ਵਾਲੇ ਪ੍ਰਧਾਨ ਮੰਤਰੀ, ਸਿਹਤ ਮੰਤਰੀ, ਗ੍ਰਹਿ ਮੰਤਰੀ ਜਿਹੜੇ ਆ ਮੂੰਹ ਲੁਕਾਉਂਦੇ ਫਿਰ ਰਹੇ ਆ। ਇਸੇ ਦੌਰਾਨ ਜਿਹੜੀ ਗੱਲਬਾਤ ਆ ਰਹੀ ਹੈ ਕਿ ਭਾਰਤ ਦੇ ਵਿੱਚ ਲੱਕੜਾਂ ਦਾ ਕੋਈ ਕਾਲ ਨਹੀਂ ਹੈਗਾ, ਪਰ ਇਸ ਵੇਲੇ ਲੋਕਾਂ ਦੇ ਸੰਸਕਾਰ ਕਰਨ ਦੇ ਵਾਸਤੇ ਲੱਕੜਾਂ ਨਹੀਂ ਮਿਲ ਰਹੀਆਂ। ਬਿਹਾਰ ਦੇ ਬਲੀਆ ਜ਼ਿਲ੍ਹੇ ਤੋਂ ਖਬਰਾਂ ਆ ਰਹੀਆਂ ਕਿ ਕੁਝ ਲੋਕਾਂ ਨੂੰ ਪੁਲਿਸ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਲਾਸ਼ਾਂ ਨੂੰ ਸੰਸਕਾਰ ਕਰਨ ਵਾਸਤੇ ਉਹਨਾਂ 'ਤੇ ਡੀਜ਼ਲ ਪਾ ਕੇ ਜਾਂ ਟਾਇਰ ਪਾ ਕੇ ਜਿਹੜਾ ਜਲਾਇਆ ਗਿਆ ਆ। ਜਦੋਂ ਟਾਇਰ ਪਾਉਣ ਦੀ ਗੱਲ ਆਉਂਦੀ ਆ ਤਾਂ ਜਿਉਂਦਿਆਂ ਦੇ ਗਲਾਂ ਵਿੱਚ ਟਾਇਰ ਪਾਉਣ ਦੀ ਗੱਲ ਵੀ ਚੇਤੇ ਆਉਂਦੀ ਆ, ਪਰ ਇੱਥੇ ਮੁਰਦਿਆਂ ਦੇ ਗਲਾਂ ਵਿੱਚ ਵੀ ਟਾਇਰ ਪਾਏ ਜਾਂਦੇ ਆ, ਜਿਉਂਦਿਆਂ ਦੇ ਤਾਂ ਪਾਏ ਹੀ ਜਾਂਦੇ ਆ। ਇਸ ਦੇ ਨਾਲ ਹੀ ਦਿੱਲੀ ਦੇ ਨਾਲ ਵੱਡਾ ਸ਼ਹਿਰ ਗੁੜਗਾਉਂ ਸ਼ਹਿਰ ਦੇ ਵਿੱਚ ਤਕਰੀਬਨ 60 ਤੋਂ ਉੱਪਰ ਰੋਜ਼ ਸੰਸਕਾਰ ਜਿਹੜੇ ਆ ਹੋ ਰਹੇ ਆ, ਅਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਇਸ ਕਦਰ ਪਾਇਆ ਜਾ ਰਿਹਾ। ਤੁਸੀਂ ਦੇਖ ਲਓ ਕਿ 350 ਦੇ ਕਰੀਬ ਆਸਤੀਆਂ ਵਾਲੇ ਜਿਹੜੇ ਮੱਟ ਹੈਗੇ ਆ, ਘੜੇ ਹੈਗੇ ਉੱਥੇ ਪਏ ਆ, ਜਾਂ ਕਈ ਚਖਾਵਾਂ ਜਿਹੜੀਆਂ ਇੱਦਾਂ ਦੀਆਂ ਆ ਜਿਨ੍ਹਾਂ ਦੇ ਕੋਈ ਫੁੱਲ ਚੁਗਣ ਨਹੀਂ ਆਇਆ। ਕਾਰਨ ਇਹੀ ਆ ਕਿ ਲੋਕ ਡਰ ਰਹੇ ਆ ਕਿ ਜੇ ਅਸੀਂ ਕਿਤੇ ਆਸਤੀਆਂ ਚੁਗਣ ਗਏ, ਫੁੱਲ ਚੁਗਣ ਗਏ, ਜਾਂ ਉਹ ਜਿਹੜਾ ਆਸਥਾ ਵਾਲਾ ਕਲਸ਼ ਆ ਉਹ ਲੈਣ ਗਏ, ਤਾਂ ਕਿਤੇ ਸਾਨੂੰ ਵੀ ਕਰੋਨਾ ਨਾ ਹੋ ਜਾਵੇ। ਇੰਨਾ ਡਰ ਜਿਹੜਾ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ। ਦੂਜੇ ਪਾਸੇ ਗੱਲ ਇਹ ਵੀ ਆ ਕਿ ਇਹ ਵੀ ਸੋਚਣਾ ਪਊਗਾ ਕਿ ਜਿਨ੍ਹਾਂ ਦੀਆਂ ਆਸਤੀਆਂ ਉੱਥੇ ਪਈਆਂ, ਕਿ ਉਹਨਾਂ ਦੀਆਂ ਆਸਤੀਆਂ ਲਿਜਾਣ ਵਾਲਾ ਮਗਰ ਕੋਈ ਬਚਿਆ ਵੀ ਹੈ। ਬਹੁਤ ਸਾਰੇ ਪਰਿਵਾਰ ਜਿਹੜੇ ਅਜਿਹੇ ਨੇ ਜਿਹੜੇ ਕਿ ਪੂਰੇ ਦੇ ਪੂਰੇ ਕਰੋਨਾ ਦੀ ਭੇਟ ਚੜ੍ਹ ਗਏ ਆ, ਮਗਰ ਛੋਟੇ ਬੱਚੇ ਜਿਹੜੇ ਆ ਉਹ ਬੱਚੇ ਜਿਹੜੇ ਆ ਕੋਈ ਲਿਫਾਫਾ ਵੇਚ ਕੇ, ਕੋਈ ਗੁਬਾਰੇ ਵੇਚ ਕੇ ਰੋਟੀ ਪਾਲਣ ਦੇ ਵਾਸਤੇ ਮਜਬੂਰ ਹੋ ਗਿਆ ਆ। ਹੱਸਦੇ ਵਸਦੇ ਪਰਿਵਾਰ ਜਿਹੜੇ ਕਿ ਕੁਝ ਮਹੀਨੇ ਪਹਿਲਾਂ ਬੜੇ ਵਧੀਆ ਵਸ ਰਹੇ ਸੀਗੇ, ਅਚਾਨਕ ਕਰੋਨਾ ਦੀ ਬਿਮਾਰੀ ਨੇ ਉਹਨਾਂ ਦੇ ਸਿਰਾਂ ਦੇ ਉੱਤੋਂ ਜਿਹੜਾ ਮਾਂ ਪਿਓ ਦਾ ਸਾਇਆ ਖੋਹ ਲਿਆ ਆ। ਬੱਚੇ ਜਿਹੜੇ ਆ ਉਹ ਅਨਾਥ ਹੋ ਗਏ। ਬਹੁਤ ਹੀ ਗੰਭੀਰ ਹਾਲਤ ਜਿਹੜੀ ਇਸ ਵੇਲੇ ਭਾਰਤ ਦੀ ਬਣੀ ਹੋਈ ਆ। ਲਗਾਤਾਰ ਕੇਸ ਜਿਹੜੇ ਆ ਉੱਥੇ ਹੱਲੇ ਵੀ ਮੌਤਾਂ ਜਿਹੜੀਆਂ ਆ ਵੱਧ ਰਹੀਆਂ ਆ। ਹਾਲਾਂਕਿ WHO
ਮਾਡਲ ਦੇਖ ਕੇ ਹੁਣ ਕਹਿ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਸ ਜਿਹੜੇ ਆ ਘਟ ਜਾਣਗੇ, ਪਰ ਫਿਰ ਵੀ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਹੈਗੀ ਆ। ਇਸ ਦੇ ਨਾਲ ਹੀ ਸੌਦਾ ਸਾਧ ਮੁੜ ਚਰਚਾ ਦੇ ਵਿੱਚ ਦੂਜੀ ਵਾਰ ਉਹਨੂੰ ਪੈਰੋਲ ਜਿਹੜੀ ਆ ਸਰਕਾਰ ਵੱਲੋਂ ਦਿੱਤੀ ਗਈ ਆ। 24 ਅਕਤੂਬਰ 2020 ਨੂੰ ਉਹਨੂੰ ਪਹਿਲੀ ਪੈਰੋਲ ਦਿੱਤੀ ਗਈ ਸੀਗੀ। ਹੁਣ 48 ਘੰਟਿਆਂ ਦੇ ਵਾਸਤੇ ਦੂਜੀ ਪੈਰੋਲ ਜਿਹੜੀ ਆ ਦਿੱਤੀ ਗਈ ਸੀ। ਬਹਾਨਾ ਉਸ ਵੱਲੋਂ ਇਹੀ ਲਾਇਆ ਗਿਆ ਸੀ ਕਿ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਹੈਗੀ, ਇਸ ਕਰਕੇ ਉਹਨਾਂ ਨੂੰ ਮਿਲਣ ਜਾਣਾ ਆ, ਤਾਂ ਛੁੱਟੀ ਦੀ ਅਰਜ਼ੀ ਜਿਹੜੀ ਆ ਉਹ ਚਾਹੀਦੀ ਆ। 48 ਘੰਟੇ ਦੀ ਪੈਰੋਲ ਤੋਂ ਬਾਅਦ ਉਸ ਨੂੰ ਦੁਬਾਰਾ ਸਨਾਰੀਆ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਗਿਆ ਆ। ਪਰ ਇਸ ਦੇ ਉੱਤੇ ਜਿਹੜੇ ਆ ਲੋਕ ਬਹੁਤ ਇਤਰਾਜ਼ ਕਰ ਰਹੇ ਆ। ਸਿੱਖ ਭਾਈਚਾਰੇ ਤੋਂ ਇਲਾਵਾ ਉਹ ਲੋਕ ਜਿਹੜੇ ਕਿ ਉਸਦੇ ਜ਼ਬਰ ਜ਼ੁਲਮ ਤੋਂ ਪੀੜਤ ਰਹੇ ਆ, ਉਹਨਾਂ ਨੇ ਇਸ ਦੇ ਉੱਤੇ ਇਤਰਾਜ਼ ਕੀਤਾ ਆ। ਸਭ ਤੋਂ ਵੱਡੀ ਗੱਲ, ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਮੁੰਡੇ ਅੰਸ਼ੁਲ ਛਤਰਪਤੀ, ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਇਹ ਸਾਧ ਨੂੰ ਜੇਲ੍ਹ ਹੋਈ, ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਜਤਾਇਆ। ਉਹ ਕਹਿੰਦੇ ਵੀ ਸਰਕਾਰ ਜਿਹੜੀ ਆ ਇਹ ਸੌਦਾ ਸਾਧ ਦੀ ਬਿਮਾਰੀ ਦਾ ਡਰਾਮਾ ਕਰਕੇ ਹੌਲੀ ਹੌਲੀ ਉਹਨੂੰ ਬਾਹਰ ਲਿਆਉਣਾ ਚਾਹੁੰਦੀ ਆ। ਉਹ ਕਹਿੰਦੇ ਵੀ ਪਹਿਲਾਂ ਇਹਨੂੰ PGI ਦੇ ਵਿੱਚ ਲਿਆਂਦਾ ਗਿਆ ਬਿਮਾਰੀ ਦਾ ਡਰਾਮਾ ਕਰਕੇ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹੈਗੀ ਹੋਰ ਬਹਾਨਾ ਲਾ ਕੇ ਪੈਰੋਲ ਦੇ ਦਿੱਤੀ ਗਈ ਆ। ਉਹ ਕਹਿੰਦੇ ਕਿ ਸਰਕਾਰੀ ਜਿਹੜਾ ਹੈਗਾ ਜਬਰ ਜਨਾਹ ਅਤੇ ਕਤਲ ਦੀ ਸਜ਼ਾ ਭੁਗਤ ਰਿਹਾ ਵਿਅਕਤੀ, ਜਿਹਨੂੰ ਕਿ VIP ਟਰੀਟਮੈਂਟ ਦਿੱਤਾ ਜਾ ਰਿਹਾ ਸ਼ਰੇਆਮ, ਇਸ ਤੋਂ ਵੱਧ ਮਾੜਾ ਕੁਝ ਹੋ ਨਹੀਂ ਸਕਦਾ। ਹਾਲਾਂਕਿ ਉਹਦੇ ਉੱਤੇ ਜਿਹੜੇ ਲੱਗੇ ਦੋਸ਼ ਆ ਜਿਹਨਾਂ ਵਿੱਚ ਉਹਨੂੰ ਸਜ਼ਾ ਹੋਈ ਆ ਉਹ ਬੜੇ ਗੰਭੀਰ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਸਿੱਧੀ ਗੱਲ ਆ ਜਿਹੜੀ ਕਿ ਅੰਸ਼ੁਲ ਛਤਰਪਤੀ ਦੱਸਣਾ ਚਾਹੁੰਦੇ ਆ ਕਿ ਹੌਲੀ ਹੌਲੀ ਲੋਕਾਂ ਦੇ ਮਨਾਂ ਦੇ ਵਿੱਚ ਬਿਠਾਇਆ ਜਾ ਰਿਹਾ। ਪਹਿਲਾਂ 1 ਦਿਨ ਦੀ ਪੈਰੋਲ ਦਿਓ, ਫਿਰ 2 ਦਿਨ ਦੀ ਪੈਰੋਲ ਦਿਓ, ਫਿਰ ਹਫ਼ਤੇ ਦੀ ਦਿਓ। ਹੌਲੀ ਹੌਲੀ ਜਿਹੜਾ ਮੁੜ ਕੇ ਉਹਨੂੰ ਸਥਾਪਿਤ ਕੀਤਾ ਜਾਣਾ ਲੋਕ ਜਿਹੜੇ ਆ, ਤਾਂ ਕਿ ਉਹਨੂੰ ਸਹਿਣਾ ਸਿੱਖ ਲੈਣ। ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਇਸ ਦਾ ਵਿਰੋਧ ਕੀਤਾ ਆ। ਪਰ ਜੇ ਇਸ ਸਾਰੀ ਗੇਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਬਹੁਤ ਸਾਰੇ ਵਿਚਾਰਵਾਨ ਜਿਹੜੇ ਇਸ ਗੱਲ ਦੇ ਉੱਤੇ ਸਹਿਮਤ ਆ ਕਿ ਇਸ ਨੂੰ ਆਉਣ ਵਾਲੇ ਸਮੇਂ 'ਚ ਪੰਜਾਬ ਦੀਆਂ ਚੋਣਾਂ ਦੇ ਨਾਲ ਜੋੜ ਕੇ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ। ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅਗਲਾ ਮੁੱਖ ਮੰਤਰੀ ਆ ਦਲਿਤ ਹੋਵੇਗਾ, ਇਹ ਨਾਅਰਾ ਜਿਹੜਾ ਭਾਜਪਾ ਦੇ ਆਗੂਆਂ ਵੱਲੋਂ ਦਿੱਤਾ ਗਿਆ ਸੀਗਾ। ਸੋ ਇਹ ਸਿਆਸੀ ਪੱਤਾ ਖੇਡ ਕੇ ਭਾਜਪਾ ਹੁਣ ਇਸ ਪੱਤੇ ਨੂੰ ਅੱਗੇ ਵਧਾਉਣਾ ਚਾਹੁੰਦੀ ਆ। ਜੇ ਤੁਸੀਂ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰੋ ਤਾਂ ਜਿਵੇਂ ਪੰਜਾਬ ਦੇ ਵਿੱਚ ਇਸ ਵਾਰੀ ਪਾਰਟੀਆਂ ਦਾ ਖਿਲਾਰਾ ਪਿਆ ਹੋਇਆ, ਅਕਾਲੀ ਦਲ ਜਿਹੜਾ ਆ ਉਹਦੇ ਕਈ ਟੋਟੇ ਹੋ ਗਏ ਆ, ਕਈ ਵੱਡੇ ਆਗੂ ਜਿਹੜੇ ਆ ਛੱਡ ਕੇ ਚਲੇ ਗਏ ਆ। ਕਾਂਗਰਸ ਦੇ ਵਿੱਚ ਛਿੱਤਰਾਂ 'ਚ ਦਾਲ ਵੰਡੀ ਜਾ ਰਹੀ ਆ, ਉਹਦੇ ਮਗਰ ਕੌਣ ਆ ਇਹ ਵੀ ਸਮਝਣ ਦੀ ਜਿਹੜੀ ਲੋੜ ਹੈਗੀ ਆ। ਕਿਸਾਨ ਅੰਦੋਲਨ ਦੇ ਨਾਲ ਪੂਰੀ ਮੋਦੀ ਵੱਲੋਂ ਅੜੀ ਪਗਾਈ ਗਈ ਆ, ਉਹਦੇ ਵਿੱਚ ਪਾੜਾ, ਉਹਦੇ ਵਿੱਚ ਅੱਡ ਅੱਡ ਜਿਹੜੇ ਆ ਫਿਰ ਵਰਗਾਂ ਦਾ ਟਕਰਾਅ, ਅਤੇ ਇਸ ਤੋਂ ਨਾਲ ਫਿਰ ਗੁਰਦੁਆਰੇ ਦੇ ਵਿੱਚ ਮੋਦੀ ਦੇ ਅਤੇ ਰਾਮ ਰਹੀਮ ਦੇ ਹੱਕ 'ਚ ਅਰਦਾਸ ਹੋਣੀ, ਅਤੇ ਉਸ ਤੋਂ ਬਾਅਦ ਦੇ ਵਿੱਚ ਰਾਮ ਰਹੀਮ ਨੂੰ ਪੈਰੋਲ ਮਿਲਣੀ। ਜੇ ਸਾਰੀਆਂ ਤੁਸੀਂ ਗੋਟੀਆਂ ਜਿਹੜੀਆਂ ਜੋੜੋਗੇ ਤਾਂ ਸ਼ਤਰੰਜ ਦੀ ਸਾਰੀ ਗੇਮ ਜਿਹੜੀ ਆ ਸਮਝ ਆ ਜਾਂਦੀ ਆ ਕਿ ਪੰਜਾਬ ਦੇ ਵਿੱਚ ਅਗਾਂਹ ਜਿਹੜਾ ਆ ਉਹ ਭਾਜਪਾ ਇੱਕ ਵੰਡ ਪਾਊ ਰਾਜਨੀਤੀ ਖੇਡ ਕੇ ਸਿੱਖਾਂ ਅਤੇ ਦਲਿਤਾਂ ਦਾ ਟਕਰਾਅ ਕਰਵਾ ਕੇ ਆਪਣੀ ਜਿਹੜੀ ਚੋਣ ਨੀਤੀ ਆ ਉਹਨੂੰ ਅੱਗੇ ਵਧਾਉਣਾ ਚਾਹੁੰਦੀ ਆ। ਸੋ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਸੌਦਾ ਸਾਧ ਦੀ ਗੱਲ ਹੁੰਦੀ ਹੈ ਤਾਂ ਸਿੱਖ ਭਾਈਚਾਰਾ ਖਾਸ ਤੌਰ ਦੇ ਉੱਤੇ ਜਾਂ ਉਹ ਲੋਕ ਜਿਹੜੇ ਕਿ ਸੌਦਾ ਸਾਧ ਦੇ ਜ਼ੁਲਮਾਂ ਤੋਂ ਪੀੜਤ ਰਹੇ ਉਹ ਭੜਕਦੇ ਆ। ਭਾਜਪਾ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਵੀ ਕਿਹੜਾ ਸਵਿੱਚ ਨੱਪਣਾ ਆ ਜਿਹਦੇ ਨਾਲ ਸਿੱਖਾਂ ਨੇ ਟੱਪਣਾ ਆ, ਉਹ ਬਾਰ-ਬਾਰ ਸਵਿੱਚ ਫਿਰ ਜਿਹੜਾ ਨੱਪ ਕੇ ਦੇਖਿਆ ਜਾਂਦਾ। ਹੁਣ ਇਸ ਵਾਰੀ ਜਿਹੜਾ ਦਿਨ ਬੜੇ ਵਧੀਆ ਚੁਣੇ ਗਏ ਇਹਨਾਂ ਵੱਲੋਂ, ਉਹਨਾਂ ਨੂੰ ਪਤਾ ਆ ਕਿ ਜੂਨ ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀਗਾ। ਹਰੇਕ ਸਿੱਖ ਚਾਹੇ ਦੇਸ਼ ਦੇ ਵਿੱਚ ਕਿੱਥੇ ਵੀ ਬੈਠਾ ਆ, ਉਹ ਇਸ ਹਫ਼ਤੇ ਦੌਰਾਨ ਬੜਾ ਭਾਵੁਕ ਹੁੰਦਾ ਆ, ਬੜਾ ਜਜ਼ਬਾਤੀ ਹੁੰਦਾ ਆ। ਉਹਨੂੰ ਹੋਰ ਦੁਖੀ ਕਰਾਂਗੇ ਤਾਂ ਉਹ ਭੜਕੂਗਾ, ਅਤੇ ਇਸੇ ਕਰਕੇ ਸ਼ਾਇਦ 10 ਦਿਨ ਪਹਿਲਾਂ ਜਿਹੜੀ ਆ ਉਹ ਸੌਦਾ ਸਾਧ ਨੂੰ ਪੈਰੋਲ ਦਿੱਤੀ ਗਈ ਆ। ਨਾਲ ਹੀ ਜਿਹੜਾ ਆ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਵਾਇਰਲਸ ਹੋਣੀਆਂ, ਬਠਿੰਡੇ ਤੋਂ ਇੱਕ ਗ੍ਰਾਂਤੀ ਸਿੰਘ ਦੀ ਵੀਡੀਓ ਜਿਹੜੀ ਵਾਇਰਲ ਕਰਾਈ ਗਈ ਆ, ਉਹਦੇ ਵਿੱਚ ਮੋਦੀ ਦੀ ਅਰਦਾਸ, ਰਾਮ ਰਹੀਮ ਦੀ ਅਰਦਾਸ, ਉਹ ਅੱਡ-ਅੱਡ 2 ਵੀਡੀਓ ਅੱਡ-ਅੱਡ ਕੱਪੜਿਆਂ ਵਿੱਚ ਬਣਾ ਕੇ ਇਸੇ ਮੌਕੇ ਵਾਇਰਲ ਕਰਨਾ ਦੱਸਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਲਿਤਾਂ ਅਤੇ ਸਿੱਖਾਂ ਦੀ ਜਿਹੜੀ ਵੰਡੀ ਆ ਉਹਨੂੰ ਵਧਾਉਣ ਦੀ ਜਿਹੜੀ ਕੋਸ਼ਿਸ਼ ਆ ਭਾਜਪਾ ਵੱਲੋਂ ਕੀਤੀ ਜਾਊਗੀ। ਜਿਹੜਾ ਉਹਨਾਂ ਦਾ ਨਾਅਰਾ ਹੈਗਾ ਕਿ ਅਗਲਾ ਮੁੱਖ ਮੰਤਰੀ ਦਲਿਤ ਬਣਾਉਣਾ ਆ, ਉਸ ਨਾਅਰੇ ਦੀ ਪੂਰਤੀ ਦੇ ਵਾਸਤੇ ਉਹ ਕੁਝ ਵੀ ਕਰਨ ਵਾਸਤੇ ਜਾ ਸਕਦੇ ਆ। ਦਲਿਤਾਂ ਨੂੰ ਵੀ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਕਿ ਉਹਨਾਂ ਨੂੰ ਵਰਤਿਆ ਜਾਣ ਲੱਗਾ ਆ। ਉਹੀ ਲੋਕ ਜਿਹੜੇ ਕਿ ਰਾਖਵੇਂ ਕਰਨ ਦੇ ਵਿਰੋਧੀ ਆ, ਕੀ ਪੰਜਾਬ ਦੇ ਵਿੱਚ ਤੁਹਾਡੇ ਸਕੇ ਹੋ ਸਕਦੇ ਆ? ਇਹ ਨਾਅਰਾ ਤਾਂ ਲਾਉਂਦੇ ਆ ਕਿ ਅਗਲਾ ਮੁੱਖ ਮੰਤਰੀ ਜਿਹੜਾ ਆ ਪੰਜਾਬ ਦੇ ਦਲਿਤ ਹੋਣਾ ਚਾਹੀਦਾ, ਹੋ ਜਾਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ ਹੈਗੀ, ਸਾਰਿਆਂ ਨੂੰ ਬਰਾਬਰ ਹੱਕ ਆ। ਪਰ ਇਹ ਨਾਅਰਾ ਕਿਉਂ ਨਹੀਂ ਲੱਗਦੇ ਕਿ ਅਗਲਾ ਪ੍ਰਧਾਨ ਮੰਤਰੀ ਦਲਿਤ ਹੋਣਾ ਚਾਹੀਦਾ? ਉਸ ਵਾਰੀ ਇਹ ਨਾਅਰਾ ਜਿਹੜਾ ਕਿੱਥੇ ਚਲੇ ਜਾਂਦਾ ਆ। ਸੋ ਇੱਕ ਫਾਰਮੂਲਾ ਆ ਭਾਜਪਾ ਦਾ ਕਿ ਵੰਡ ਪਾਓ ਤੇ ਰਾਜ ਕਰੋ। ਜਿੱਥੇ ਵੀ 2 ਧਿਰਾਂ ਹੁੰਦੀਆਂ ਕਿਸੇ ਸੂਬੇ ਦੇ ਵਿੱਚ ਜਿਨ੍ਹਾਂ ਨੂੰ ਵੰਡ ਕੇ ਰਾਜ ਕੀਤਾ ਜਾ ਸਕਦਾ, ਉਹ ਭਾਜਪਾ ਫਾਰਮੂਲਾ ਅਪਣਾਉਂਦੀ ਆ। ਅਤੇ ਭਾਜਪਾ ਨੂੰ ਪਤਾ ਕਿ ਇਸ ਵੇਲੇ ਮਾਲਵੇ ਦੇ ਵਿੱਚ ਜਿੱਥੇ ਕਿ ਡੇਰਾ ਸੱਚਾ ਸੌਦਾ ਦਾ ਬਹੁਤਾ ਆਧਾਰ ਦਲਿਤ ਪਰਿਵਾਰਾਂ ਵਿੱਚ ਆ, ਉਸ ਪੱਤੇ ਨੂੰ ਵਰਤਿਆ ਜਾ ਸਕਦਾ। ਦੁਆਬੇ ਦੇ ਵਿੱਚ ਪਹਿਲਾਂ ਹੀ ਜਿਹੜਾ ਆ ਦੋਵਾਂ ਫਿਰਕਿਆਂ ਦੇ ਵਿੱਚ ਤਣਾਅ ਪਹਿਲਾਂ ਤਲਣਕਾਂਡ ਮੋਟੇ ਦੇਖਿਆ ਗਿਆ ਆ। ਇਹੋ ਜਿਹੀ ਕੋਈ ਚੰਗਿਆੜੀ ਜਿਹੜੀ ਆ ਹੋਰ ਭੜਕਾਉਣ ਦੀ ਲੋੜ ਆ। ਲੋਕ ਲੜਨ ਨੂੰ ਤਿਆਰ ਬੈਠੇ ਆ, ਅਤੇ ਪੰਜਾਬ ਨੂੰ ਇਹਨਾਂ 2 ਫਿਰਕਿਆਂ ਵਿੱਚ ਵੰਡ ਕੇ ਅਗਲੀ ਜਿਹੜੀ ਚੋਣ ਰਣਨੀਤੀ ਖੇਡਣ ਦੀ ਭਾਜਪਾ ਨੇ ਮਿੱਥ ਲਈ ਲੱਗਦੀ ਆ।
ਜਦੋਂ ਆਪਾਂ ਭਾਜਪਾ ਦੀਆਂ ਗੱਲਾਂ ਕਰਦੇ ਹਾਂ ਕਿ ਉਹ ਸਾਰੀਆਂ ਚਾਲਾਂ ਚੱਲ ਰਹੀ ਆ, ਸਾਨੂੰ ਇਹ ਚਾਲਾਂ ਸਮਝ ਆ ਰਹੀਆਂ, ਪਰ ਬੜੀ ਬਦਨਸੀਬੀ ਦੀ ਗੱਲ ਇਹ ਹੈ ਕਿ ਅਸੀਂ ਚਾਲਾਂ ਸਮਝਦੇ ਹੋਏ ਵੀ ਇਹਨਾਂ ਚਾਲਾਂ ਦੇ ਵਿੱਚ ਫਸਾਂਗੇ। ਇਹਨਾਂ ਚਾਲਾਂ ਦੇ ਨੂੰ ਸਮਝਦੇ ਹੋਏ ਵੀ ਇਹਨਾਂ ਦੇ ਅਨੁਸਾਰ ਚੱਲਾਂਗੇ, ਕਿਉਂਕਿ ਸਾਡੇ ਕੋਲ ਜਿਹੜੀ ਆ ਸਹੀ ਲੀਡਰਸ਼ਿਪ ਦੀ ਘਾਟ ਆ, ਸਾਡੇ ਵਿੱਚ ਏਕਤਾ ਦੀ ਘਾਟ ਆ। ਚਾਲਾਂ ਸਮਝਦੇ ਜ਼ਰੂਰ ਆ, ਚਾਲਾਂ ਵਿੱਚ ਫਸਣਾ ਵੀ ਜ਼ਰੂਰ ਆ, ਕਿਉਂਕਿ ਅਸੀਂ ਇਕੱਠੇ ਜਿਹੜੇ ਆ ਕਿਤੇ ਵੀ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਗੱਲ ਕਰਾਂਗੇ ਦੀਪ ਸਿੱਧੂ ਦੀ। ਦੀਪ ਸਿੱਧੂ ਨੇ ਆਪਣੇ ਜੱਦੀ ਪਿੰਡ ਉਦੇ ਕਰਨ ਤੋਂ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਕੀਤੀ ਆ। ਉਹ ਪਿੰਡਾਂ ਦੇ ਵਿੱਚ ਜਾ ਕੇ ਚਰਚਾਵਾਂ ਕਰ ਰਿਹਾ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਕਿ ਪੰਜਾਬ ਦੇ ਹੱਕਾਂ ਦੇ ਵਾਸਤੇ ਜਿਹੜੀ ਲਹਿਰ ਖੜੀ ਕਰਨੀ ਆ ਉਹ ਕਿਵੇਂ ਹੋ ਸਕਦੀ ਆ, ਕਿਸਾਨ ਮੋਰਚੇ ਨੂੰ ਕਿਵੇਂ ਮਜ਼ਬੂਤੀ ਦੇਣੀ ਆ। ਗੱਲਾਂ ਉਹੀ ਆ ਕਿ ਪੰਜਾਬ ਦੇ ਨਾਲ ਜਿਹੜੇ ਵਿਤਕਰੇ ਕੀਤੇ ਜਾਂਦੇ ਆ ਦਹਾਕਿਆਂ ਬੱਧੀ, ਉਹਨਾਂ ਤੋਂ ਗੱਲ ਸ਼ੁਰੂ ਕਰਕੇ ਹੁਣ ਤੱਕ ਕਿਸਾਨ ਮੋਰਚੇ ਦੇ ਵਿੱਚ ਕੀ ਕੀ ਜਿਹੜਾ ਆ ਕੀਤਾ ਗਿਆ, ਮੋਦੀ ਸਰਕਾਰ ਕਿਵੇਂ ਪੰਜਾਬ ਨੂੰ ਲੁੱਟਣ ਦੇ ਰਾਹ ਪਈ ਆ, ਉਹ ਗੱਲਾਂ ਜਿਹੜੀਆਂ ਦੀਪ ਸਿੱਧੂ ਲੋਕਾਂ ਦੇ ਮਨ ਵਿੱਚ ਵਸਾਉਣਾ ਚਾਹੁੰਦਾ ਆ। ਲੋਕਾਂ ਨੂੰ ਜਿਹੜਾ ਆ ਉਹ ਇੱਕ ਨਵੀਂ ਲਹਿਰ ਦੇ ਨਾਲ ਜੋੜਨਾ ਚਾਹੁੰਦਾ ਆ। ਮੁਕਤਸਰ ਜ਼ਿਲ੍ਹੇ ਦੇ ਉਸਤੇ ਜੱਦੀ ਪਿੰਡ ਉਦੇ ਕਰਨ ਤੋਂ ਸ਼ੁਰੂ ਹੋ ਕੇ 4-5 ਪਿੰਡਾਂ ਦੇ ਵਿੱਚ ਚਰਚਾਵਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉਸਦੇ ਉੱਤੇ ਇੱਕ ਨਵਾਂ ਜਿਹੜਾ ਕੇਸ ਜਿਹੜਾ ਪਾਉਣ ਦੀ ਤਿਆਰੀ ਹੋਈ ਹੈ, ਕਿ ਬਲਕਿ ਪਾ ਹੀ ਦਿੱਤਾ ਗਿਆ। ਇੱਕ 3000 ਸਫ਼ਿਆਂ ਦੀ ਚਾਰਜ ਸ਼ੀਟ ਜਿਹੜੀ ਆ ਦਿੱਲੀ ਪੁਲਿਸ ਵੱਲੋਂ 30 ਹਜ਼ਾਰੀ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਆ। ਇਹਦੇ ਵਿੱਚ ਦੀਪ ਸਿੱਧੂ ਸਮੇਤ ਕੁਝ ਹੋਰ ਲੋਕਾਂ ਦੇ ਨਾਂ ਜਿਹੜੇ ਸ਼ਾਮਲ ਕੀਤੇ ਗਏ ਆ। ਕਿਹਾ ਗਿਆ ਕਿ ਇਹਨਾਂ ਮੁਲਜ਼ਮਾਂ ਵੱਲੋਂ ਦਿੱਤੇ ਗਏ ਬਿਆਨਾਂ ਤੇ ਹਿੰਸਾ ਨਾਲ ਜੁੜੇ ਸਬੂਤਾਂ ਦੇ ਆਧਾਰ ਦੇ ਉੱਤੇ ਚਾਰਜ ਸ਼ੀਟ ਦਾਖਲ ਕੀਤੀ ਗਈ ਆ। ਇਹ ਚਾਰਜ ਸ਼ੀਟ 18 ਮਈ ਨੂੰ ਪੇਸ਼ ਕੀਤੀ ਗਈ ਆ। ਦੋਸ਼ ਇਹਦੇ ਵਿੱਚ ਉਹੀ ਆ ਕਿ ਇਹਨਾਂ ਨੇ ਭੰਨ ਤੋੜ ਕੀਤੀ ਆ। ਪ੍ਰਦਰਸ਼ਨਕਾਰੀ ਜਿਹੜੇ ਸੀਗੇ ਉਹ ਹਿੰਸਕ ਸੀਗੇ, ਉਹਨਾਂ ਨੇ ਸੁਰੱਖਿਆ ਜਿਹੜੀਆਂ ਫੋਰਸਾਂ ਸੀਗਾ ਉਹਨਾਂ ਦੇ ਉੱਤੇ ਅਟੈਕ ਕੀਤਾ ਆ। ਜਿਹੜਾ ਇਤਿਹਾਸਕ ਸਰਮਾਇਆ ਭਾਰਤ ਦਾ ਆ ਉਹਨੂੰ ਤੋੜ ਭੰਨਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ। ਇਤਿਹਾਸਕ ਯਾਦਗਾਰਾਂ ਦੀ ਪਵਿੱਤਰਤਾ ਜਿਹੜੀ ਉਹ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਅਨੇਕਾਂ ਚਾਰਜਸ ਜਿਹੜੇ ਇਸ ਚਾਰਜ ਸ਼ੀਟ ਦੇ ਵਿੱਚ ਦਾਖਲ ਕੀਤੇ ਗਏ ਆ। ਕੀ ਇਸ ਮਾਮਲੇ ਵਿੱਚ ਦੀਪ ਸਿੱਧੂ ਦੀ ਹੋਰ ਗ੍ਰਿਫਤਾਰੀ ਹੋ ਸਕਦੀ ਹੈ ਇੱਕ ਵਾਰੀ ਫਿਰ, ਜਾਂ ਉਹ ਜਿਹੜਾ ਪਹਿਲੇ ਜ਼ਮਾਨਤ ਮਿਲੀ ਹੋਈ ਆ ਉਹਦੇ ਕਾਰਨ ਗ੍ਰਿਫਤਾਰੀ ਨਹੀਂ ਹੋ ਸਕਦੀ? ਇਹ ਇੱਕ ਕਾਨੂੰਨੀ ਪੱਖ ਆ, ਪਰ ਇੰਨਾ ਜ਼ਰੂਰ ਹੈਗਾ ਕਿ ਸਰਕਾਰ ਵੱਲੋਂ ਦੀਪ ਸਿੱਧੂ ਨੂੰ ਫਸਾਈ ਰੱਖਣ ਦੇ ਵਾਸਤੇ ਪੂਰਾ ਜ਼ੋਰ ਜਿਹੜਾ ਆ ਉਹ ਲਾਇਆ ਜਾ ਰਿਹਾ ਆ। ਅਤੇ ਜੇ ਗੱਲ ਕਰੀਏ ਅਖੀਰ ਦੇ ਵਿੱਚ ਕਿਸਾਨ ਮੋਰਚੇ ਦੀ, ਤਾਂ ਕਿਸਾਨ ਮੋਰਚੇ ਨੂੰ ਲੱਗਿਆਂ 6 ਮਹੀਨੇ ਜਿਹੜੇ ਆ ਹੋਣ ਵਾਲੇ ਆ। ਇਸ ਦੌਰਾਨ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਇੱਕ ਚਿੱਠੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਆ। ਉਸ ਮੋਦੀ ਨੂੰ ਜਿਹੜਾ ਕਿ ਬਜ਼ਿੱਦ ਆ ਕਿ ਨਹੀਂ, ਮੈਂ ਜਿਹੜੇ ਖੇਤੀ ਕਾਨੂੰਨ ਆ ਉਹ ਵਾਪਸ ਨਹੀਂ ਲੈਣੇ, ਅਤੇ ਕਿਸਾਨ ਵੀ ਬਜ਼ਿੱਦ ਹੋ ਕੇ ਇਹਨਾਂ ਮੋਰਚਿਆਂ ਦੇ ਉੱਤੇ ਡਟੇ ਹੋਏ ਆ। ਇਸ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਬੇਰੁਖੀ ਜਿਹੜੀ ਆ ਤੋੜਨੀ ਚਾਹੀਦੀ ਆ, ਅਤੇ ਇਸ ਦੇ ਵਿੱਚ ਕਿਸਾਨਾਂ ਨਾਲ ਮੁੱਲ ਗੱਲਬਾਤ ਕਰਨ ਦੀ ਜਿਹੜੀ ਆ ਬੇਨਤੀ ਕੀਤੀ ਗਈ ਆ। ਬੇਨਤੀ ਲਫ਼ਜ਼ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਦੀ ਖਬਰ ਵਿੱਚ ਹੂਬ ਛਾਪਿਆ ਗਿਆ ਕਰਕੇ ਮੈਂ ਵਰਤ ਰਿਹਾ ਹਾਂ। ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਦੇ ਉੱਤੇ ਇਸ ਚਿੱਠੀ ਵਿੱਚ ਕਿਹਾ ਗਿਆ ਕਿ ਜੇਕਰ ਮੋਦੀ ਸਰਕਾਰ ਨੇ ਹੰਗਾਰਾ ਨਾ ਭਰਿਆ ਤਾਂ ਕਿਸਾਨ ਆਗੂਆਂ ਵੱਲੋਂ ਅਗਲਾ ਐਕਸ਼ਨ ਜਿਹੜਾ ਆ ਲਿਆ ਜਾਊਗਾ, ਅਗਲੇ ਪੜਾਅ ਦੀ ਗੰਭੀਰਤਾ ਬਾਰੇ ਵਿਚਾਰ ਕੀਤੀ ਜਾਊਗੀ। ਅਤੇ ਕਿਸਾਨ ਆਗੂਆਂ ਨੇ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਕਿ 26 ਮਈ ਨੂੰ ਕੌਮੀ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਅਗਲੇ ਪੜਾਅ ਦੀ ਜਿਹੜੀ ਆ ਸ਼ੁਰੂਆਤ ਕੀਤੀ ਜਾਊਗੀ। ਸੋ ਇਹ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਆ, ਬੇਨਤੀ ਵੀ ਮੀਟਿੰਗ ਲਈ ਕੀਤੀ ਗਈ ਆ ਕਿਸਾਨ ਆਗੂਆਂ ਵੱਲੋਂ, ਕਿ ਤਾਂ ਕਿ ਇਹ ਮੋਰਚਾ ਜਿਹੜਾ ਆ ਆਪਣੀ ਸਫਲਤਾ ਵੱਲ ਵੱਧ ਸਕੇ। ਜਦੋਂ ਉਸ ਮੋਰਚੇ ਵਿੱਚ ਬੈਠੇ ਭੋਲੇ ਭਾਲੇ ਕਿਸਾਨਾਂ ਦੀਆਂ ਤਸਵੀਰਾਂ ਦੇਖੀ ਦੀਆਂ, ਵੀਡੀਓਜ਼ ਦੇਖੀ ਦੀਆਂ, ਤਾਂ ਮਨ ਹੱਲੇ ਵੀ ਭਰਦਾ। ਉੱਥੇ ਜਗਦੇਵ ਸਿੰਘ ਤਪਾ ਵਰਗੇ ਫੋਟੋਗ੍ਰਾਫਰ, ਹੋਰ ਰਾਵਣ ਖੋਸਾ ਵਰਗੇ ਫੋਟੋਗ੍ਰਾਫਰ ਹੱਲੇ ਵੀ ਰੋਜ਼ਾਨਾ ਫੋਟੋਆਂ ਖਿੱਚ ਕੇ ਜਿਹੜੀਆਂ ਆ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਦੇ ਆ। ਬਜ਼ੁਰਗ ਬੜੇ ਜ਼ਾਬਤੇ ਦੇ ਵਿੱਚ ਬੜੀ ਦ੍ਰਿੜਤਾ ਦੇ ਨਾਲ ਉੱਥੇ ਬੈਠੇ ਆ ਕਿ ਇੱਕ ਦਿਨ ਜਿੱਤ ਕੇ ਮੁੜਨਾ। ਸਾਡੀ ਅਰਦਾਸ ਹੈ ਕਿ ਸੱਚੀ ਉਹ ਇਸੇ ਤਰ੍ਹਾਂ ਇੱਕ ਦਿਨ ਜਿੱਤ ਕੇ ਮੁੜਨ। ਪਰ ਜਦੋਂ ਸੱਚਾਈ ਦੇ ਦਰਸ਼ਨ ਕਰਦੇ ਆ ਤਾਂ ਲੱਗਦਾ ਹੈ ਕਿ ਮੋਦੀ 'ਤੇ ਤਾਂ ਕੋਈ ਦਬਾਅ ਹੀ ਨਹੀਂ ਰਿਹਾ। ਉਹ ਦਬਾਅ ਜਿਹੜਾ ਕਿਸੇ ਵੇਲੇ ਕਿਸਾਨ ਮੋਰਚੇ ਦਾ ਸਰਕਾਰ ਦੇ ਉੱਤੇ ਸੀਗਾ ਉਹ ਬਿਲਕੁਲ ਵੀ ਖਤਮ ਹੋ ਚੁੱਕਾ ਹੈ। ਇਸੇ ਕਰਕੇ ਸ਼ਾਇਦ ਮੋਦੀ ਸਰਕਾਰ ਜਿਹੜੀ ਕਿ ਪਹਿਲਾਂ ਖੁਦ ਮਿਹਨਤਾਂ ਕਰਦੀ ਹੁੰਦੀ ਸੀ ਕਿ ਸਾਡੇ ਨਾਲ ਮੀਟਿੰਗ ਕਰ ਲਓ, ਬੇਨਤੀਆਂ ਕੀਤੀਆਂ ਜਾਂਦੀਆਂ ਸੀਗੀਆਂ ਓਪਨਲੀ ਆ ਕੇ ਮੀਡੀਆ ਦੇ ਵਿੱਚ ਕਿ ਅਸੀਂ ਮੀਟਿੰਗ ਕਰਨ ਲਈ ਤਿਆਰ ਹਾਂ। ਹੁਣ ਕਿਸਾਨ ਆਗੂ ਉਹੀ ਕੁਛ ਕਰ ਰਹੇ ਆ ਕਿ ਮੀਡੀਆ ਵਿੱਚ ਜਾ ਕੇ ਬੇਨਤੀ ਕਰ ਰਹੇ ਆ ਕਿ ਅਸੀਂ ਮੀਟਿੰਗ ਦੇ ਵਾਸਤੇ ਤਿਆਰ ਹਾਂ। ਇਹ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਅਸੀਂ ਸਾਰਿਆਂ ਨੇ ਇੱਕ ਜਲੌਅ ਦੇਖਿਆ ਕਿਸਾਨ ਮੋਰਚੇ ਦਾ, ਚਾਹੇ ਉਹ ਪੰਜਾਬ ਬੈਠੇ ਸੀਗੇ ਚਾਹੇ ਬਾਹਰ ਬੈਠੇ ਆ। ਬਾਹਰ ਬੈਠਿਆਂ ਨੇ ਪੰਜਾਬ ਦੇ ਦਰਸ਼ਨ ਕੀਤੇ ਸੀਗੇ, ਇੱਥੇ ਦਰਸ਼ਨ ਕੀਤੇ ਸੀਗੇ, ਕਿਵੇਂ ਲੋਕ ਇਕੱਠੇ ਹੋ ਕੇ ਤੁਰ ਪਏ ਸੀਗੇ। ਇੱਕ ਸਪਿਰਿਟ ਜਿਹੜੀ ਆ ਉਹ ਲੋਕਾਂ ਦੀ ਜਾਗ ਪਈ ਸੀਗੀ। ਸਾਰੇ ਵਖਰੇਵੇਂ ਭੁਲਾ ਕੇ, ਸਾਰੀਆਂ ਆਪਸੀ ਨਾਰਾਜ਼ਗੀਆਂ ਭੁਲਾ ਕੇ ਲੋਕ ਜਿਹੜੇ ਆ ਇਸ ਗੱਲ 'ਤੇ ਤੁਰ ਪਏ ਸੀਗੇ ਕਿਸਾਨਾਂ ਦੇ ਨਾਲ ਖੜਨਾ। ਪੂਰੀ ਦੁਨੀਆ ਦੇ ਲੋਕ ਜਿਹੜੇ ਆ ਪੰਜਾਬੀਆਂ ਤੋਂ ਛੱਡ ਗੈਰ ਪੰਜਾਬੀ, ਗੈਰ ਭਾਰਤੀ ਵੀ ਇਸ ਕਿਸਾਨ ਮੋਰਚੇ ਨਾਲ ਜੁੜ ਗਏ ਸੀਗੇ। ਆਪਣੀ ਉਮਰ ਦੇ ਹਿਸਾਬ ਨਾਲ ਦੇਖੀਏ ਤਾਂ ਸ਼ਾਇਦ ਪਹਿਲਾਂ ਕਦੀ ਵੀ ਇੰਨਾ ਜਿਹੜਾ ਜਲੌਅ ਆ ਉਹ ਨਹੀਂ ਦੇਖਿਆ ਸੀਗਾ। ਅਜਿਹਾ ਲੱਗਦਾ ਸੀਗਾ ਕਿ ਜਿੱਤ ਜਿਹੜੀ ਆ ਸਪਸ਼ਟ ਆ, ਸਾਰਾ ਕੁਛ ਮੂਹਰੇ ਨਜ਼ਰ ਆ ਰਿਹਾ। ਪਰ ਇਸ ਚੜ੍ਹੀ ਹੋਈ ਹਨੇਰੀ ਨੂੰ, ਇਸ ਤੇਜ਼ ਹਨੇਰੀ ਨੂੰ ਹੌਲੀ ਹੌਲੀ ਠੱਲਿਆ ਗਿਆ।
ਸਾਡੇ ਲੀਡਰਸ ਵੱਲੋਂ ਇਹਨੂੰ ਲੰਮਾ ਪਾਇਆ ਗਿਆ ਪ੍ਰੋਗਰਾਮ ਨੂੰ, ਜਿਹਦੇ ਕਰਕੇ ਚੜ੍ਹੀ ਹੋਈ ਹਨੇਰੀ ਜਿਹੜੀ ਆ ਹੌਲੀ ਹੌਲੀ ਡਿੱਗੀ ਆ। ਉਸ ਜਲੌ ਦੇ ਬਾਰੇ ਤਾਂ ਇਹੀ ਕਹਿ ਸਕਦੇ ਹਾਂ ਕਿ ਉਹ ਜਲੌ ਜਿਹੜਾ ਅਸੀਂ ਸਭ ਨੇ ਦੇਖਿਆ, ਸ਼ਾਇਦ ਸਾਡੀ ਕਿਸਾਨ ਲੀਡਰਸ਼ਿਪ ਨੂੰ ਉਸ ਜਲੌ ਦੀ ਸਮਝ ਨਹੀਂ ਸੀ, ਜਾਂ ਉਹਨਾਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਕਲਾ ਵਰਤ ਰਹੀ ਆ। ਇਹ ਕੋਈ ਖੁਦ ਬਖੁਦ ਜਿਹੜੀ ਗੱਲ ਹੋ ਰਹੀ ਹੈ ਕਿ ਵਖਰੇਵੇਂ ਭੁੱਲ ਕੇ ਲੋਕ ਜਿਹੜੇ ਕਿ ਇੱਕ ਦੂਏ ਨੂੰ ਦੇਖਣ ਲਈ ਰਾਜੀ ਨਹੀਂ, ਉਹ ਇਕੱਠੇ ਹੋ ਕੇ ਤੁਰ ਪਏ ਆ, ਇੱਕ ਦੂਏ ਨੂੰ ਕਹਿ ਰਹੇ ਆ ਕਿ ਤੂੰ ਅੱਗੇ ਲੱਗ ਕੇ ਚੱਲ। ਸੋ ਆਮ ਬੰਦਾ ਤਾਂ ਇਹ ਗੱਲ ਦੇਖ ਰਿਹਾ ਸੀਗਾ, ਪਰ ਸਾਡੇ 40 ਸਾਲਾਂ ਦੇ ਤਜਰਬੇ ਵਾਲੇ ਕਿਸਾਨ ਆਗੂ ਸ਼ਾਇਦ ਉਸ ਲੈਂਸ ਦੇ ਵਿੱਚ ਹੀ ਦੇਖ ਰਹੇ ਸੀਗੇ, ਜਿਹਦੇ ਵਿੱਚ ਜਲੌ ਨਜ਼ਰ ਨਹੀਂ ਸੀ ਆ ਰਿਹਾ, ਸਿਰਫ ਆਪਣੇ ਤਜਰਬੇ ਦੀ ਈਗੋ ਜਿਹੜੀ ਆ ਉਹ ਦਿਸ ਰਹੀ ਸੀਗੀ। ਪੰਜਾਬ ਜਦ ਵੀ ਉੱਠਿਆ, ਚਾਹੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰ ਲਈਏ, ਰਾਜੋਆਣਾ ਦੀ ਫਾਂਸੀ ਵੇਲੇ ਦਾ ਮਾਮਲਾ ਸੀਗਾ, ਜਾਂ ਚੱਬੇ ਸਰਬੱਤ ਖਾਲਸੇ ਦੀ ਗੱਲ ਕਰ ਲਈਏ, ਜਾਂ ਬਰਗਾੜੀ ਮੋਰਚੇ ਦੀ ਗੱਲ ਕਰੀਏ, ਲੋਕ ਕਦੀ ਪਿੱਛੇ ਨਹੀਂ ਰਹੇ। ਲੋਕਾਂ ਨੇ ਹਮੇਸ਼ਾ ਇੱਕ ਹਨੇਰੀ ਵਾਂਗ ਉੱਠ ਕੇ ਜਿਹੜਾ ਜਲੌ ਆਪਣਾ ਦਿਖਾਇਆ ਆ। ਪੰਜਾਬ ਦੀ ਆਤਮਾ, ਪੰਜਾਬ ਦੀ ਸਪਿਰਿਟ ਜਿਹੜੀ ਆ ਉਹ ਵਾਲਾ ਮਾਰਦੀ ਆ, ਕੁਛ ਕਰਨਾ ਲੋਚਦੀ ਆ। ਇਹ ਕਿਸੇ ਤਰਕ ਰਾਹੀਂ ਨਹੀਂ ਦੇਖਿਆ ਜਾ ਸਕਦਾ, ਇਹਨੂੰ ਸਮਝਿਆ ਤੇ ਮਹਿਸੂਸ ਹੀ ਕੀਤਾ ਜਾ ਸਕਦਾ, ਕਿਉਂਕਿ ਇੱਕ ਰੂਹਾਨੀ ਵਰਤਾਰਾ ਹੁੰਦਾ ਜਿਹਦੇ ਵਿੱਚ ਏਕਤਾ ਆਪਣੇ ਆਪ ਹੋ ਜਾਂਦੀ ਆ। ਉਸ ਵੇਲੇ ਫਿਰ ਨੁਕਸ ਕੱਢਣ ਦੀ ਜਾਂ ਈਗੋ ਦਿਖਾਉਣ ਦੀ ਗੱਲ ਨਹੀਂ ਹੁੰਦੀ, ਚੱਲ ਰਹੇ ਵੇਗ ਦੇ ਵਿੱਚ ਚੱਲਣ ਦੀ ਗੱਲ ਹੁੰਦੀ ਆ। ਪਰ ਅਫਸੋਸ ਕਿ ਹਰ ਵਾਰ ਸਾਡੀ ਲੀਡਰਸ਼ਿਪ ਜਿਹੜੀ ਆ ਉਸ ਵੇਗ ਨੂੰ ਸਮਝਣ ਦੇ ਵਿੱਚ ਅਸਮਰੱਥ ਰਹਿੰਦੀ ਆ, ਅਤੇ ਆਪਣੀ ਜਿਹੜੀ ਲੀਡ ਆਪਣੀ ਦਿਮਾਗੀ ਤੌਰ ਦੇ ਉੱਤੇ ਲੀਡ ਕਰਕੇ ਉਸ ਨੂੰ ਹੀ ਆਪ ਖੁਦ ਹੀ ਤਾਰ ਪੀਡੋ ਕਰ ਬਹਿੰਦੀ ਆ। ਹਰ ਮੋਰਚੇ ਵਿੱਚ ਸ਼ਾਇਦ ਇਹੀ ਹੀ ਹੋ ਰਿਹਾ, ਪਰ ਫਿਰ ਵੀ ਮੈਂ ਆਸਵੰਦ ਇਸ ਕਰਕੇ ਆ ਕਿ ਜਿਹੜੇ ਬਜ਼ੁਰਗ ਮਾਤਾਵਾਂ ਅਤੇ ਬਾਪੂ ਜਿਹੜੇ ਮੋਰਚੇ 'ਤੇ ਬੈਠੇ ਆ, ਸੱਚੇ ਸੁੱਚੇ ਉਹ ਲੋਕ, ਭੋਲੇ ਭਾਲੇ ਉਹ ਲੋਕ, ਉਹਨਾਂ ਦਾ ਜਿਹੜਾ ਸੰਘਰਸ਼ ਆ ਉਹ ਕਦੀ ਵਿਅਰਥਾ ਨਹੀਂ ਜਾਊਗਾ। ਜਿੱਤ ਇੱਕ ਵਾਰੀ ਫਿਰ ਹੋਊਗੀ। ਕਿਸਾਨ ਮੋਰਚੇ ਦੀਆਂ ਜਿਹੜੀਆਂ ਮੰਗਾਂ ਕੁਛ ਨਾ ਕੁਛ ਜਿਹੜੀਆਂ ਪੂਰੀਆਂ ਜ਼ਰੂਰ ਹੋਣਗੀਆਂ। ਇਹ ਖੇਤੀ ਬਿੱਲ ਜਿਹੜੇ ਆ ਰੱਦ ਹੋਣ ਕੇ ਰਹਿਣਗੇ। ਇੱਥੇ ਅਸੀਂ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਮੰਗਦੇ ਹਾਂ। ਲੌਂਗ ਵੀਕਐਂਡ ਹੈ, ਵਿਕਟੋਰੀਆ ਡੇ ਲੌਂਗ ਵੀਕਐਂਡ, ਇਸ ਕਰਕੇ ਸ਼ਨੀ, ਐਤਵਾਰ, ਸੋਮਵਾਰ 3 ਦਿਨ ਦੀ ਛੁੱਟੀ ਹੈ। ਮੰਗਲਵਾਰ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਲਈ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਹੈਪੀ ਲੌਂਗ ਵੀਕਐਂਡ ਅਤੇ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।